Hello everyone, this is Sakshi Agarwal from Malerkotla. I welcome you all on Mehnati Bachche. I hope you all are doing well. ਸੋ ਜਿਵੇਂ ਕਿ ਆਪਾਂ ਨੂੰ ਪਤਾ ਹੈ PPSC ਨੇ ਰੀਸੈਂਟਲੀ ਨੈਬ ਤਹਿਸੀਲਦਾਰ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਆਪਣੀ ਸਾਈਟ ਤੇ। ਆਪਾਂ ਪੂਰੀ ਡਿਟੇਲ ਦੇ ਵਿੱਚ ਸਟ੍ਰੈਟਜੀ ਦੇਖਾਂਗੇ ਜਿਹਨੂੰ ਫੋਲੋ ਕਰਕੇ ਤੁਸੀਂ ਈਜ਼ੀਲੀ 250 ਪਲੱਸ ਸਕੋਰ ਕਰ ਸਕਦੇ ਹੋ ਐਗਜ਼ਾਮ ਦੇ ਵਿੱਚ। ਐਡਵਰਟਾਈਜ਼ਮੈਂਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਐਗਜ਼ਾਮ ਹੈ ਉਹ ਫੈਬ 2021 ਦੇ ਵਿੱਚ ਕੰਡਕਟ ਕੀਤਾ ਜਾਏਗਾ। ਸੋ ਅਗਰ ਆਪਾਂ ਦੇਖੀਏ ਤਕਰੀਬਨ ਡੇਟ ਤੋਂ 2 ਮੰਥਸ ਆਪਣੇ ਕੋਲ ਐਗਜ਼ਾਮ ਦੀ ਤਿਆਰੀ ਲਈ। ਸੋ ਇਹ ਵੀਡੀਓ ਨੂੰ ਅੱਛੇ ਤਰੀਕੇ ਨਾਲ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕੋ। ਸੋ ਜਿਹੜੇ ਵੀ ਸਟੂਡੈਂਟਸ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਿਕੋਜ਼ ਆਉਣ ਵਾਲੇ ਟਾਈਮ ਤੇ ਕਾਫੀ ਸਾਰਾ ਮਟੀਰੀਅਲ ਤੁਹਾਡੇ ਲਈ ਅਪਲੋਡ ਹੋਣ ਵਾਲਾ ਹੈ ਚੈਨਲ ਦੇ ਉੱਪਰ ਰਿਗਾਰਡਿੰਗ ਦਿਸ ਪੋਸਟ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ। ਸੋ ਡਿਟੇਲ ਦੇ ਵਿੱਚ ਸਟ੍ਰੈਟਜੀ ਦੇਖਣ ਤੋਂ ਪਹਿਲਾਂ ਆਪਾਂ ਕੁਝ ਬੇਸਿਕ ਡਿਟੇਲਸ ਐਗਜ਼ਾਮ ਬਾਰੇ ਡਿਸਕਸ ਕਰਦੇ ਹਾਂ ਜਿਹਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ। ਓਕੇ, ਸੋ ਜਿਹੜਾ ਐਗਜ਼ਾਮ ਹੈ ਉਹ ਟੋਟਲ 300 ਮਾਰਕਸ ਦਾ ਹੋਊਗਾ। ਇਹਦੇ ਵਿੱਚ ਟੋਟਲ 120 ਕੁਐਸਚਨਸ ਆਉਣਗੇ ਅਤੇ ਜਿਹੜਾ ਹਰ ਕੁਐਸਚਨ ਹੈ ਉਹ 2.5 ਮਾਰਕਸ ਦਾ ਹੋਊਗਾ। ਓਕੇ, ਬਹੁਤ ਸਾਰੇ ਸਟੂਡੈਂਟਸ ਦਾ ਕਾਮਨ ਕੁਐਸਚਨ ਹੁੰਦਾ ਕਿ ਨੈਗੇਟਿਵ ਮਾਰਕਿੰਗ ਹੈਗੀ ਹੈ ਕਿ ਨਹੀਂ। ਸੋ PPSC ਦੀ ਇਹ ਖਾਸੀਅਤ ਹੈ ਕਿ ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਅਤੇ ਅਗਰ ਆਪਾਂ ਟਾਈਮ ਦੀ ਗੱਲ ਕਰੀਏ ਤਾਂ 2 ਆਵਰਸ ਦਿੱਤੇ ਜਾਣਗੇ ਤੁਹਾਨੂੰ ਐਗਜ਼ਾਮ ਨੂੰ ਅਟੈਂਪਟ ਕਰਨ ਦੇ ਲਈ। ਸੋ ਅਗਰ ਆਪਾਂ ਦੇਖੀਏ ਜਿਹੜਾ 120 ਕੁਐਸਚਨਸ ਹੈ ਉਹਨੂੰ ਵੀ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। 40 ਕੁਐਸਚਨਸ ਜਿਹੜੇ ਨੇ ਉਹ ਲੌਜੀਕਲ ਰੀਜ਼ਨਿੰਗ ਅਤੇ ਮੈਂਟਲ ਐਬਿਲਿਟੀ ਦੇ ਨੇ ਅਤੇ ਜਿਹੜੇ 80 ਕੁਐਸਚਨਸ ਨੇ ਜਨਰਲ ਨੌਲੇਜ, ਕਰੰਟ ਅਫੇਅਰ, ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਇਹਦੇ ਵਿੱਚੋਂ ਆਉਣਗੇ। ਹੁਣ ਅਗਰ ਆਪਾਂ ਦੇਖੀਏ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਇਹਨਾਂ ਨੇ ਕੁਝ ਜ਼ਿਆਦਾ ਮੈਂਸ਼ਨ ਨਹੀਂ ਕੀਤਾ ਹੋਇਆ। ਸੋ ਹੁਣ ਆਪਾਂ ਇੱਕ ਇੱਕ ਚੀਜ਼ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ ਦੇ ਵਿੱਚ ਤੁਸੀਂ ਕੀ ਕੁਝ ਪੜ੍ਹਨਾ ਹੈ, ਜਨਰਲ ਨੌਲੇਜ, ਕਰੰਟ ਅਫੇਅਰਸ ਤੁਸੀਂ ਕੀ ਪੜ੍ਹਨਾ ਹੈ। ਓਕੇ, ਸੋ ਸਭ ਤੋਂ ਪਹਿਲਾ ਪਾਰਟ ਹੈ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ। ਇਹਦੇ ਵਿੱਚ ਟੋਟਲ 40 ਕੁਐਸਚਨਸ ਆਉਣੇ ਆ। ਸੋ ਅਗਰ ਆਪਾਂ ਦੇਖੀਏ 40 × 2.5 ਯਾਨੀ ਕਿ 100 ਮਾਰਕਸ ਦਾ ਜਿਹੜਾ ਐਗਜ਼ਾਮ ਹੈ ਉਹ ਇਸ ਸੈਕਸ਼ਨ 'ਚੋਂ ਆਊਗਾ। ਹੁਣ ਤੁਸੀਂ ਇਹ ਵਾਲੇ ਸੈਕਸ਼ਨ 'ਚੋਂ ਆਰਾਮ ਦੇ ਨਾਲ 97 to 98 ਸਕੋਰ ਕਰ ਸਕਦੇ ਹੋ ਅਗਰ ਤੁਸੀਂ ਆਪਣੀ ਐਕੂਰੇਸੀ ਰੱਖਦੇ ਹੋ। ਸੋ ਇਸ ਲਈ ਜਿਹੜਾ ਇਹ ਸੈਕਸ਼ਨ ਆ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। ਸੋ ਹੁਣ ਆਪਾਂ ਇੱਕ ਇੱਕ ਕਰਕੇ ਟੌਪਿਕਸ ਡਿਸਕਸ ਕਰਦੇ ਜਿਹੜੇ ਕਿ ਤੁਸੀਂ ਪੜ੍ਹਨੇ ਆ ਐਗਜ਼ਾਮ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਰੀਜ਼ਨਿੰਗ ਦੀ। ਰੀਜ਼ਨਿੰਗ ਦੇ ਵਿੱਚ ਟੋਟਲ 3 ਪਾਰਟਸ ਨੇ। ਸਭ ਤੋਂ ਪਹਿਲਾ ਪਾਰਟ ਹੈ ਲੌਜੀਕਲ ਡਿਡਕਸ਼ਨ, ਸੈਕਿੰਡ ਇਜ਼ ਵਰਬਲ ਰੀਜ਼ਨਿੰਗ ਐਂਡ ਲਾਸਟ ਇਜ਼ ਨੌਨ ਵਰਬਲ ਰੀਜ਼ਨਿੰਗ। ਇਹਦੇ ਵਿੱਚੋਂ ਅਗਰ ਤੁਸੀਂ ਸਭ ਤੋਂ ਇੰਪੋਰਟੈਂਟ ਪਾਰਟ ਦੀ ਗੱਲ ਕਰੋ ਤਾਂ ਉਹ ਹੈਗਾ ਵਰਬਲ ਰੀਜ਼ਨਿੰਗ। ਓਕੇ, ਹੁਣ ਆਪਾਂ ਤਿੰਨਾਂ ਨੂੰ ਇੱਕ ਇੱਕ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੌਜੀਕਲ ਡਿਡਕਸ਼ਨ ਦੀ। ਲੌਜੀਕਲ ਡਿਡਕਸ਼ਨ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਉਹ ਹੈਗਾ ਸਟੇਟਮੈਂਟ ਕਨਕਲੂਜਨ। ਇਹ ਐਸਾ ਟੌਪਿਕ ਹੈ ਜਿਹਨੂੰ ਤੁਸੀਂ ਬਿਲਕੁਲ ਨਹੀਂ ਛੱਡ ਸਕਦੇ। ਇਸ ਤੋਂ ਬਾਅਦ ਲੌਜਿਕ ਵੀ ਕਾਫੀ ਇੰਪੋਰਟੈਂਟ ਟੌਪਿਕ ਹੈ। ਓਕੇ, ਇਸ ਤੋਂ ਇਲਾਵਾ ਕਈ ਵਾਰ ਕਈ ਪੇਪਰ ਦੇ ਵਿੱਚ ਸਟੇਟਮੈਂਟ ਆਰਗੂਮੈਂਟਸ, ਸਟੇਟਮੈਂਟ ਅਜ਼ੰਪਸ਼ਨ, ਸਟੇਟਮੈਂਟ ਕੋਰਸ ਆਫ ਐਕਸ਼ਨ, ਕਾਜ਼ ਆਫ ਇਫੈਕਟ ਰੀਜ਼ਨਿੰਗ ਇਹਨਾਂ ਵਿੱਚੋਂ ਵੀ ਕੁਐਸਚਨਸ ਦੇਖਣ ਨੂੰ ਮਿਲੇ ਨੇ। ਓਕੇ, ਜਿਹੜੇ ਉੱਪਰ ਵਾਲੇ 2 ਟੌਪਿਕਸ ਹੈ ਇਹਨਾਂ ਨੂੰ ਅਗਰ ਤੁਸੀਂ ਛੱਡ ਵੀ ਦਓਗੇ ਤਾਂ ਕੋਈ ਗੱਲ ਨਹੀਂ। ਮੇਨ ਤੁਸੀਂ ਲੌਜਿਕ ਅਤੇ ਸਟੇਟਮੈਂਟ ਕਨਕਲੂਜਨ ਨੂੰ ਅੱਛੇ ਤਰੀਕੇ ਨਾਲ ਜ਼ਰੂਰ ਕਵਰ ਕਰਨਾ ਹੈ ਬਿਕੋਜ਼ ਇਹ ਬਹੁਤ ਇੰਪੋਰਟੈਂਟ ਹੈ ਇਹ ਸੈਕਸ਼ਨ ਦੇ ਅੰਡਰ। ਸੋ ਹੁਣ ਆਪਾਂ ਸਭ ਤੋਂ ਇੰਪੋਰਟੈਂਟ ਸੈਕਸ਼ਨ ਦੀ ਗੱਲ ਕਰਦੇ ਹਾਂ ਵਰਬਲ ਰੀਜ਼ਨਿੰਗ। ਇਹਦੇ ਵਿੱਚ ਟੋਟਲ ਤੁਹਾਨੂੰ 17 ਟੌਪਿਕਸ ਨਜ਼ਰ ਆ ਰਹੇ ਨੇ ਅਤੇ ਸਾਰੇ ਟੌਪਿਕਸ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹੁਣ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਐਨਾਲੋਗੀ। ਐਨਾਲੋਗੀ ਦੇ ਵਿੱਚ ਬੇਸਿਕਲੀ ਤੁਸੀਂ ਰਿਲੇਸ਼ਨ ਦੱਸਣਾ ਹੁੰਦਾ ਹੈ। ਜਿਵੇਂ ਕਿ ਸਪੋਜ਼ ਅਗਰ ਪੁੱਛਿਆ ਜਾਵੇ A ਰਿਲੇਟਿਡ ਟੂ ਦਿਸ, ਓਕੇ, ਤਾਂ ਤੁਹਾਨੂੰ ਕੁਛ ਦੇ ਦੇਣਗੇ ਕਿ B ਹੈ ਜਿਹੜਾ ਉਹ ਕਿਹਦੇ ਨਾਲ ਰਿਲੇਟਿਡ ਹੋਊਗਾ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਸਮਾਲ A ਹੈ, ਦੈਨ ਇੱਥੇ ਕੈਪੀਟਲ ਹੋ ਗਿਆ, ਇੱਥੇ ਸਮਾਲ B ਹੈ, ਦੈਨ ਇੱਥੇ ਕੈਪੀਟਲ ਹੋ ਗਿਆ। ਓਕੇ, ਦੈਨ ਸੈਕਿੰਡ ਇਜ਼ ਸੀਰੀਜ਼ ਕੰਪਲੀਸ਼ਨ। ਸੀਰੀਜ਼ ਕੰਪਲੀਸ਼ਨ ਦੇ ਵਿੱਚ ਬੇਸਿਕਲੀ ਤੁਹਾਡੇ ਕੋਲ ਕੁਝ ਸੀਰੀਜ਼ ਦਿੱਤੀ ਹੋਊਗੀ ਜਿਵੇਂ ਸਪੋਜ਼ 1, 3, 5। ਓਕੇ, ਦੈਨ ਤੁਸੀਂ ਇੱਥੇ ਤੁਹਾਨੂੰ ਬਲੈਂਕ ਦਿੱਤੀ ਜਾਊਗੀ, ਤੁਸੀਂ ਦੱਸਣਾ ਹੋਊਗਾ ਵੀ ਕਿਹੜੀ ਸੀਰੀਜ਼ ਹੈ। ਸੋ ਇੱਥੇ 7 ਆਊਗਾ। ਵੈਸੇ ਇੰਨੀ ਈਜ਼ੀ ਸੀਰੀਜ਼ ਨਹੀਂ ਆਉਂਦੀ, ਜਸਟ ਤੁਹਾਨੂੰ ਮੈਂ ਐਗਜ਼ਾਮਪਲ ਦੇਣ ਲਈ ਸਮਝਾ ਰਹੀ ਹਾਂ। ਸੋ ਥਰਡ ਟੌਪਿਕ ਹੈ ਟੈਸਟ ਔਨ ਅਲਫਾਬੈਟਸ। ਇਹਦੇ ਵਿੱਚ ਬੇਸਿਕਲੀ ਜਿਵੇਂ ਤੁਹਾਨੂੰ ਕੋਈ ਵੀ ਸਪੋਜ਼ ਵਰਡ ਦਿੱਤਾ ਗਿਆ ਜਿਵੇਂ ਪੇਪਰ ਦਿੱਤਾ ਹੋਇਆ, ਹੁਣ ਇਹਦੇ ਵਿੱਚ ਤੁਹਾਨੂੰ ਪੁੱਛ ਲੈਣਗੇ ਕਿ ਨੰਬਰ ਆਫ P ਦੱਸੋ, ਕਿੰਨੇ ਵੋਵਲ ਲੈਟਰਸ ਹੈ ਉਹ ਦੱਸੋ, ਮਤਲਬ ਕੋਈ ਵੀ ਰਿਲੇਸ਼ਨ ਬੋਲ ਦੇਣਗੇ। ਓਕੇ, ਦੈਨ ਫੋਰਥ ਇਜ਼ ਰੈਂਕਿੰਗ। ਰੈਂਕਿੰਗ ਦੇ ਵਿੱਚ ਬੇਸਿਕਲੀ ਜਿਵੇਂ ਸਪੋਜ਼ ਤੁਹਾਨੂੰ ਕਿਸੇ ਇੱਕ ਸਟੂਡੈਂਟ ਦਾ ਰੈਂਕ ਦੱਸਤਾ ਕਿ ਟੌਪ ਤੋਂ ਇੰਨਾ ਹੈ ਅਤੇ ਕਿਸੇ ਸੈਕਿੰਡ ਸਟੂਡੈਂਟ ਦਾ ਰੈਂਕ ਦੱਸਤਾ ਬੋਟਮ ਤੋਂ, ਤਾਂ ਤੁਸੀਂ ਕਿਸੇ ਥਰਡ ਸਟੂਡੈਂਟ ਦਾ ਰੈਂਕ ਦੱਸਣਾ ਹੋਊਗਾ ਕਲਾਸ 'ਚ ਕਿੰਨਾ ਹੈ ਉਹ ਇਨਫੋਰਮੇਸ਼ਨ ਦੇ ਬੇਸਿਸ 'ਤੇ। ਓਕੇ, ਦੈਨ ਫੋਰਥ ਇਜ਼ ਡਾਇਰੈਕਸ਼ਨ ਸੈਂਸ ਟੈਸਟ। ਇਹਦੇ ਵਿੱਚ
ਤੁਹਾਨੂੰ ਸਾਰਾ ਡਾਇਰੈਕਸ਼ਨਸ ਦਿੱਤੇ ਹੁੰਦੇ ਕਿ ਕੋਈ ਪਰਸਨ ਹੈ ਉਹ ਪਹਿਲਾਂ ਈਸਟ ਗਿਆ ਦੈਨ ਵੈਸਟ ਗਿਆ ਦੈਨ ਸਾਊਥ ਗਿਆ ਤਾਂ ਉਹਦੀ ਲੋਕੇਸ਼ਨ ਦੱਸੋ, ਉਹਦੀ ਜਿਹੜੀ ਪਹਿਲਾਂ ਵਾਲੀ ਲੋਕੇਸ਼ਨ ਸੀ ਅਤੇ ਜਿਹੜੀ ਉਹਦੀ ਪ੍ਰੈਜ਼ੈਂਟ ਲੋਕੇਸ਼ਨ ਉਹਦੇ ਵਿੱਚ ਡਿਸਟੈਂਸ ਦੱਸਣਾ ਹੁੰਦਾ ਹੈ। ਦੈਨ ਨੈਕਸਟ ਇਜ਼ ਕਲਾਸੀਫਿਕੇਸ਼ਨ। ਕਲਾਸੀਫਿਕੇਸ਼ਨ ਦੇ ਵਿੱਚ ਵੀ ਤੁਸੀਂ ਰਿਲੇਸ਼ਨ ਦੱਸਣਾ ਹੁੰਦਾ ਹੈ। ਸੋ ਨੈਕਸਟ ਟੌਪਿਕ ਹੈ ਡਾਟਾ ਸਫੀਸ਼ੈਂਸੀ। ਡਾਟਾ ਸਫੀਸ਼ੈਂਸੀ ਦੇ ਵਿੱਚ 3 ਟਾਈਪ ਦੇ ਕੁਐਸਚਨਸ ਤੁਹਾਨੂੰ ਆ ਸਕਦੇ ਆ, ਲਾਈਨ, ਬਾਰ ਅਤੇ ਪਾਈ ਚਾਰਟ ਬੇਸਡ। ਓਕੇ, ਦੈਨ ਨੈਕਸਟ ਹੈ ਅਲਫਾ ਨਿਊਮੈਰਿਕ ਸੀਕੁਐਂਸ ਪਜ਼ਲ। ਇਹਦੇ ਵਿੱਚ ਕੁਝ ਤੁਹਾਨੂੰ ਅਲਫਾ ਨਿਊਮੈਰਿਕ ਸੀਰੀਜ਼ ਦਿੱਤੀ ਹੋਊਗੀ, ਓਕੇ, ਅਤੇ ਉਹ ਤੁਹਾਨੂੰ ਸੋਲਵ ਕਰਨੀ ਹੋਊਗੀ। ਨੈਕਸਟ ਹੈ ਪਜ਼ਲ ਟੈਸਟ। ਪਜ਼ਲ ਟੈਸਟ ਦੇ ਵਿੱਚ ਬੇਸਿਕਲੀ ਪਜ਼ਲਸ ਆਉਂਦੀਆਂ ਨੇ, ਅਗਰ ਆਪਾਂ ਦੇਖੀਏ ਓਵਰਆਲ 6 ਟਾਈਪ ਦੀਆਂ ਪਜ਼ਲਸ ਹੁੰਦੀਆਂ ਨੇ, ਓਕੇ, ਅਤੇ ਹਰ ਟਾਈਪ ਦੇ ਉੱਪਰ ਤੁਹਾਨੂੰ ਚੈਨਲ ਉੱਪਰ ਵੀਡੀਓਜ਼ ਵੀ ਮਿਲ ਜਾਣਗੀਆਂ ਅਤੇ ਤੁਸੀਂ ਇਹਦੀ ਜਿੰਨੀ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਡੇ ਲਈ ਬੈਨੀਫਿਟ ਹੈ, ਬਿਕੋਜ਼ ਪਜ਼ਲ ਟੈਸਟ ਜਿਹੜਾ ਹੈ ਉਹ ਹਰ ਐਗਜ਼ਾਮ ਦੇ ਵਿੱਚ ਆਉਂਦਾ ਹੀ ਆਉਂਦਾ ਹੈ PPSC ਦੇ। ਓਕੇ, ਦੈਨ 10th ਇਜ਼ ਬਲੱਡ ਰਿਲੇਸ਼ਨ। ਇਹਦੇ ਵਿੱਚ ਬੇਸਿਕਲੀ ਤੁਸੀਂ ਫੈਮਿਲੀ ਦੇ ਵਿੱਚ ਰਿਲੇਸ਼ਨ ਕੱਢਣੇ ਹੁੰਦੇ ਆ, ਚਾਚਾ, ਮਾਮਾ, ਤਾਇਆ। ਓਕੇ, ਦੈਨ ਕੋਡਿੰਗ ਡਿਕੋਡਿੰਗ, ਇਹ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ। ਕੋਡਿੰਗ ਡਿਕੋਡਿੰਗ ਦੇ ਵਿੱਚ ਬੇਸਿਕਲੀ ਜਿਵੇਂ ਤੁਹਾਡੇ ਕੋਲ ਅਗਰ ਦਿੱਤਾ ਹੋਇਆ ਹੈ ABCD ਰਿਲੇਟਿਡ ਹੈ EFGH ਦੇ ਨਾਲ, ਓਕੇ, ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ IJKL ਕਿਹਦੇ ਨਾਲ ਰਿਲੇਟਿਡ ਹੈ। ਸੋ ਤੁਸੀਂ ਇਹਦੇ ਵਿੱਚ ਰਿਲੇਸ਼ਨ ਦੱਸਣਾ ਹੁੰਦਾ ਹੈ ਬੇਸਡ ਔਨ ਦਿਸ। ਓਕੇ, ਐਸਰਸ਼ਨ ਰੀਜ਼ਨਿੰਗ। ਐਸਰਸ਼ਨ ਰੀਜ਼ਨਿੰਗ ਦੇ ਵਿੱਚ ਤੁਹਾਡੇ ਕੋਲ ਐਸਰਸ਼ਨ ਦਿੱਤਾ ਹੋਊਗਾ ਅਤੇ ਰੀਜ਼ਨਿੰਗ ਦਿੱਤੀ ਹੋਊਗੀ ਅਤੇ ਉਹਦੇ ਬੇਸਿਸ 'ਤੇ ਤੁਸੀਂ ਸੋਲਵ ਕਰਨਾ ਹੁੰਦਾ ਹੈ। ਦੈਨ 13th ਹੈ ਅਰਥਮੈਟਿਕ ਰੀਜ਼ਨਿੰਗ। ਜਿਹੜਾ ਟੌਪਿਕ ਹੈ ਕਾਫੀ ਇੰਪੋਰਟੈਂਟ ਹੈ। ਇਹਦੇ ਵਿੱਚ ਤੁਹਾਡੇ ਕੋਲ ਬੇਸਿਕਲੀ ਜਿਹੜੇ ਆਪਾਂ ਮੈਥਸ ਦੇ ਵਿੱਚ ਟੌਪਿਕਸ ਪੜ੍ਹਦੇ ਹਾਂ, ਜਿਵੇਂ ਐਵਰੇਜ ਹੋ ਗਿਆ, ਏਜ ਹੋ ਗਿਆ, ਓਕੇ, ਵੈਨ ਡਾਇਗਰਾਮਸ ਹੋ ਗਏ, ਇਸ ਦੇ ਬੇਸਿਸ 'ਤੇ ਡਿਫਰੈਂਟ ਤਰੀਕੇ ਦੇ ਕੁਐਸਚਨਸ ਹੁੰਦੇ ਨੇ। ਓਕੇ, ਕੁਛ ਲੌਜੀਕਲੀ ਵੀ ਤੁਸੀਂ ਸੋਲਵ ਕਰ ਸਕਦੇ ਹੋ। ਅਤੇ ਜਿਹੜਾ ਇਹ ਵਾਲਾ ਟੌਪਿਕ ਹੈ ਇਹ ਤੁਸੀਂ ਰੀਜ਼ਨਿੰਗ ਦੇ ਵਿੱਚ ਵੀ ਕੰਸੀਡਰ ਕਰ ਸਕਦੇ ਹੋ, ਮੈਥਸ ਦੇ ਵਿੱਚ ਵੀ ਕੰਸੀਡਰ ਕਰ ਸਕਦੇ ਹੋ, ਅਤੇ ਤੁਹਾਨੂੰ ਮੈਂ ਦੱਸੂੰਗੀ ਕਿ ਇਹ ਟੌਪਿਕ ਤੁਸੀਂ ਕਿੱਥੋਂ ਕਵਰ ਕਰ ਸਕਦੇ ਹੋ। ਦੈਨ 14th ਹੈ ਆਪਰੇਸ਼ਨਸ ਆਫ ਮੈਥਮੈਟਿਕਸ। ਇਹਦੇ ਵਿੱਚ ਬੇਸਿਕਲੀ ਤੁਹਾਨੂੰ ਦਿੱਤਾ ਹੁੰਦਾ ਕਿ ਅਗਰ ਪਲੱਸ ਨੂੰ ਆਪਾਂ ਕਨਵਰਟ ਕਰ ਦਈਏ ਡਿਵੀਜ਼ਨ ਦੇ ਨਾਲ, ਮਲਟੀਪਲੀਕੇਸ਼ਨ ਨੂੰ ਕਨਵਰਟ ਕਰ ਦਈਏ ਸਬਟਰੈਕਸ਼ਨ ਦੇ ਨਾਲ, ਓਕੇ, ਅਤੇ ਤੁਹਾਨੂੰ ਇੱਥੇ ਕੋਈ ਸਟੇਟਮੈਂਟ ਦਿੱਤੀ ਹੋਊਗੀ, ਉਹਦੇ ਵਿੱਚ ਤੁਹਾਨੂੰ ਕਨਵਰਟ ਕਰਕੇ ਆਨਸਰ ਦੱਸਣਾ ਹੁੰਦਾ ਹੈ। ਦੈਨ ਵੈਨ ਡਾਇਗਰਾਮਸ, ਤੁਹਾਡੇ ਕੋਲ ਕੁਛ ਇਨਫੋਰਮੇਸ਼ਨ ਦਿੱਤੀ ਹੋਊਗੀ ਅਤੇ ਉਹਦੇ ਬੇਸਿਸ 'ਤੇ ਤੁਹਾਨੂੰ ਵੈਨ ਡਾਇਗਰਾਮ ਨੂੰ ਸੋਲਵ ਕਰਨਾ ਹੁੰਦਾ ਹੈ। ਦੈਨ ਵਰਡ ਸੀਕੁਐਂਸ। ਵਰਡ ਸੀਕੁਐਂਸ ਦੇ ਵਿੱਚ ਤੁਹਾਡੇ ਕੋਲ 5 to 6 ਵਰਡਸ ਦਿੱਤੇ ਹੁੰਦੇ ਆ ਅਤੇ ਉਹਨਾਂ ਨੂੰ ਤੁਹਾਨੂੰ ਪ੍ਰੋਪਰ ਸੀਕੁਐਂਸ 'ਚ ਅਰੇਂਜ ਕਰਨਾ ਹੁੰਦਾ ਹੈ। ਦੈਨ 17th ਇਜ਼ ਮਿਸਿੰਗ ਕੈਰੈਕਟਰਸ। ਮਿਸਿੰਗ ਕੈਰੈਕਟਰਸ ਦੇ ਵਿੱਚ ਤੁਹਾਨੂੰ ਜਿਵੇਂ ਮਰਜ਼ੀ ਕੁਐਸਚਨਸ ਆ ਸਕਦੇ ਆ, ਓਕੇ, ਜਿਵੇਂ ਸਪੋਜ਼ ਤੁਹਾਨੂੰ ਸੀਰੀਜ਼ ਦਿੱਤੀ ਹੋ ਸਕਦੀ ਹੈ ਅਤੇ ਉਹਦੇ ਵਿੱਚ ਤੁਹਾਨੂੰ ਮਿਸਿੰਗ ਕੈਰੈਕਟਰ ਦੱਸਣਾ ਹੈ। ਓਕੇ, ਸੋ 3rd ਸੈਕਸ਼ਨ ਹੈ ਨੋਨ ਵਰਬਲ ਰੀਜ਼ਨਿੰਗ। ਇਹਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਮੇਨਲੀ ਆਹ 6 ਟੌਪਿਕਸ ਇੰਪੋਰਟੈਂਟ ਹੈ। ਸੋ ਇਹ 6 ਦੇ ਵਿੱਚੋਂ ਵੀ ਅਗਰ ਤੁਹਾਨੂੰ ਮੈਂ 2 ਮੋਸਟ ਇੰਪੋਰਟੈਂਟ ਟੌਪਿਕ ਦੱਸਾਂ ਤਾਂ ਉਹ ਹੈਗਾ ਐਨਾਲਿਟੀਕਲ ਰੀਜ਼ਨਿੰਗ, ਕਿਊਬਸ ਐਂਡ ਡਾਈਸਿਸ। ਐਨਾਲਿਟੀਕਲ ਰੀਜ਼ਨਿੰਗ ਦੇ ਵਿੱਚ ਬੇਸਿਕਲੀ ਤੁਹਾਡੇ ਕੋਲ ਕੋਈ ਵੀ ਫਿਗਰ ਦਿੱਤੀ ਹੋਊਗੀ, ਓਕੇ, ਜਿਵੇਂ ਸਪੋਜ਼ ਆਹ ਵਾਲੀ ਫਿਗਰ ਦਿੱਤੀ ਹੋਈ ਹੈ ਤਾਂ ਇਹਦੇ ਵਿੱਚ ਤੁਹਾਨੂੰ ਨੰਬਰ ਆਫ ਟ੍ਰਾਇੰਗਲਸ ਦੱਸਣੇ ਨੇ, ਠੀਕ ਹੈ, ਜਾਂ ਨੰਬਰ ਆਫ ਲਾਈਨਸ ਪੁੱਛ ਸਕਦੇ ਆ। ਸੋ ਐਨਾਲਿਟੀਕਲ ਰੀਜ਼ਨਿੰਗ 'ਚ ਕੁਝ ਇਸ ਟਾਈਪ ਦੇ ਕੁਐਸਚਨਸ ਆਉਂਦੇ ਆ। ਦੈਨ ਕਿਊਬਸ ਐਂਡ ਡਾਈਸਿਸ, ਕਿਊਬਸ ਅਤੇ ਡਾਈਸਿਸ ਦੇ ਬੇਸਿਸ 'ਤੇ ਕੁਐਸਚਨਸ ਆਉਂਦੇ ਆ। ਮੇਨ ਤੁਸੀਂ ਆਹ ਟੌਪਿਕਸ ਕਰਨੇ ਹੀ ਕਰਨੇ ਆ, ਜਿਹੜੇ ਬਾਕੀ ਦੇ ਟੌਪਿਕਸ ਉਹ ਤੁਸੀਂ ਕਰ ਵੀ ਸਕਦੇ ਹੋ ਅਤੇ ਇਹਨਾਂ ਨੂੰ ਅਗਰ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਆ ਤਾਂ ਛੱਡ ਵੀ ਸਕਦੇ ਹੋ। ਓਕੇ, ਇਸ ਤੋਂ ਇਲਾਵਾ 2 ਹੋਰ ਐਸੇ ਟੌਪਿਕਸ ਹੈ ਜਿਨ੍ਹਾਂ ਉੱਪਰ ਕੁਐਸਚਨਸ ਦੇਖਣ ਨੂੰ ਮਿਲਦੇ ਆ, ਉਹ ਹੈਗੇ ਕਲੌਕਸ ਐਂਡ ਕੈਲੰਡਰ। ਓਕੇ, ਇਹ ਮੈਥਸ 'ਚ ਵੀ ਤੁਸੀਂ ਇਹਨਾਂ ਨੂੰ ਕਵਰ ਕਰ ਸਕਦੇ ਹੋ, ਰੀਜ਼ਨਿੰਗ ਦੇ ਵਿੱਚ ਵੀ ਕਰ ਸਕਦੇ ਹੋ। ਸੋ ਹੁਣ ਆਪਾਂ ਗੱਲ ਕਰਦੇ ਹਾਂ ਸੋਰਸਿਸ ਦੀ, ਕਿ ਤੁਸੀਂ ਰੀਜ਼ਨਿੰਗ ਨੂੰ ਕਿੱਥੋਂ ਅੱਛੇ ਤਰੀਕੇ ਨਾਲ ਕਵਰ ਕਰ ਸਕਦੇ ਹੋ। ਇੱਕ ਤਾਂ ਚੈਨਲ ਉੱਪਰ ਤੁਹਾਨੂੰ ਡਿਫਰੈਂਟ ਟੌਪਿਕਸ ਦੀਆਂ, ਅਗਰ ਆਪਾਂ ਵਰਬਲ ਰੀਜ਼ਨਿੰਗ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਰੈਂਕਿੰਗ, ਡਾਇਰੈਕਸ਼ਨ, ਦੈਨ ਅਲਫਾ ਨਿਊਮੈਰਿਕ ਸੀਰੀਜ਼, ਪਜ਼ਲ, ਬਲੱਡ ਰਿਲੇਸ਼ਨ, ਕੋਡਿੰਗ ਡਿਕੋਡਿੰਗ, ਓਕੇ, ਆਪਰੇਸ਼ਨਸ ਆਫ ਮੈਥਮੈਟਿਕਸ, ਇਹਨਾਂ ਸਾਰਿਆਂ ਦੇ ਉੱਪਰ ਵੀਡੀਓਜ਼ ਮਿਲ ਜਾਣਗੀਆਂ। ਸੋ ਇਹ ਸਾਰੇ ਟੌਪਿਕਸ ਤੁਸੀਂ ਵੀਡੀਓਜ਼ ਤੋਂ ਹੀ ਕਵਰ ਕਰ ਸਕਦੇ ਹੋ, ਚੈਨਲ ਉੱਪਰ ਪਲੇਲਿਸਟ ਅਵੇਲੇਬਲ ਹੈ। ਸੋ ਨੈਕਸਟ ਅਗਰ ਆਪਾਂ ਬੁੱਕਸ ਦੀ ਗੱਲ ਕਰੀਏ ਤਾਂ ਸਭ ਤੋਂ ਬੈਸਟ ਜਿਹੜੀ ਬੁੱਕ ਹੈ ਐਗਜ਼ਾਮ ਲਈ ਉਹ ਹੈਗੀ ਹੈ RS ਅਗਰਵਾਲ। ਪਰ ਅਗਰ ਤੁਸੀਂ ਰੀਜ਼ਨਿੰਗ ਦੀ ਕੋਈ ਹੋਰ ਵੀ ਬੁੱਕ ਪੜ੍ਹ ਰਹੇ ਹੋ ਨਾ ਤਾਂ ਤੁਸੀਂ ਇਹ ਸਾਰੇ ਟੌਪਿਕਸ ਉੱਥੋਂ ਵੀ ਆਰਾਮ ਨਾਲ ਕਵਰ ਕਰ ਸਕਦੇ ਹੋ। ਸੋ ਮੈਂ ਤੁਹਾਨੂੰ ਇੱਕ ਟੌਪਿਕ ਦੱਸਿਆ ਸੀ ਅਰਥਮੈਟਿਕ ਰੀਜ਼ਨਿੰਗ ਦਾ, ਓਕੇ, ਜਿਹੜਾ ਇਹ ਵਾਲਾ ਟੌਪਿਕ ਹੈ ਇਹ ਤੁਹਾਨੂੰ RS ਅਗਰਵਾਲ ਦੇ ਵਿੱਚ ਬਹੁਤ ਅੱਛਾ ਮਿਲ ਜੂਗਾ। ਆਈ ਥਿੰਕ 11th ਚੈਪਟਰ ਹੈ RS ਅਗਰਵਾਲ ਦੇ ਵਿੱਚ। ਸੋ ਤੁਸੀਂ ਜਿਹੜਾ ਇਹ ਟੌਪਿਕ ਹੈ ਉੱਥੋਂ ਕਵਰ ਕਰ ਸਕਦੇ ਹੋ, ਬਹੁਤ ਅੱਛੇ ਕੁਐਸਚਨਸ ਦਿੱਤੇ ਹੋਏ ਹੈ। ਓਕੇ, ਮੇਨ ਬੁੱਕ ਜਿਹੜੀ ਹੈਗੀ ਉਹ RS ਅਗਰਵਾਲ ਹੀ ਹੈ। ਬਾਕੀ ਅਗਰ ਤੁਸੀਂ ਕੋਈ ਹੋਰ ਬੁੱਕ ਪੜ੍ਹ ਰਹੇ ਹੋ ਰੀਜ਼ਨਿੰਗ ਦੇ ਲਈ ਤਾਂ ਤੁਸੀਂ ਉੱਥੋਂ ਵੀ ਕਵਰ ਕਰ ਸਕਦੇ ਹੋ। ਰੀਜ਼ਨਿੰਗ ਦੇ ਵਿੱਚ ਮੇਨ ਪ੍ਰੈਕਟਿਸ ਮੈਟਰ ਕਰਦੀ ਹੈ। ਸੋ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਮੈਥਸ ਦੀ। ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਸਟੂਡੈਂਟਸ ਨੂੰ ਇਹੀ ਡਾਊਟ ਆਉਂਦਾ ਹੈ ਕਿ ਸਿਲੇਬਸ ਦੇ ਵਿੱਚ ਲਿਖਿਆ ਤਾਂ ਰੀਜ਼ਨਿੰਗ ਹੋਇਆ,
ਫਿਰ ਮੈਥਸ ਦੇ ਟੌਪਿਕਸ ਮੈਂ ਕਿਉਂ ਦੱਸ ਰਹੀ ਹਾਂ, ਬਿਕੋਜ਼ ਅਗਰ ਤੁਸੀਂ PPSC ਦੇ ਐਗਜ਼ਾਮਸ ਦੇਖੋਗੇ ਨਾ ਤਾਂ ਉਹਦੇ ਵਿੱਚ ਮੈਥਸ ਦੇ ਵੀ ਕੁਐਸਚਨਸ ਆਉਂਦੇ ਹੀ ਆਉਂਦੇ ਨੇ। ਓਕੇ, ਸੋ ਇਹਨੂੰ ਵੀ ਕਵਰ ਕਰਨਾ ਬਹੁਤ ਇੰਪੋਰਟੈਂਟ ਹੈ। ਸੋ ਹੁਣ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਕਿਹੜੇ ਕਿਹੜੇ ਟੌਪਿਕ ਤੁਸੀਂ ਇਹ ਵਾਲੇ ਸੈਕਸ਼ਨ 'ਚ ਕਵਰ ਕਰਨੇ ਆ। ਸਭ ਤੋਂ ਪਹਿਲਾਂ ਏਜ ਦੇ ਉੱਪਰ ਕੁਐਸਚਨਸ ਆਉਂਦੇ ਹੀ ਆਉਂਦੇ ਆ ਮੋਸਟਲੀ, ਅਗਰ ਤੁਸੀਂ PPSC ਦਾ ਕੋਈ ਵੀ ਐਗਜ਼ਾਮ ਦੇਖ ਲਓ। ਓਕੇ, ਇਹਦੇ ਵਿੱਚ ਤੁਹਾਨੂੰ ਸਪੋਜ਼ ਮਦਰ ਦੀ ਏਜ ਦਿੱਤੀ ਹੋਈ ਹੈ, ਫਾਦਰ ਦੀ ਦਿੱਤੀ ਹੋਈ ਹੈ, ਅਤੇ ਉਹਨਾਂ ਦੋਨਾਂ ਦੇ ਬੇਸਿਸ ਦੇ ਉੱਪਰ ਤੁਹਾਨੂੰ ਚਿਲਡਰਨ ਦੀ ਕੱਢਣੀ ਹੈ ਉਹਨਾਂ ਦੇ। ਓਕੇ, ਦੈਨ ਐਵਰੇਜ ਦੇ ਵਿੱਚ ਵੀ ਡਿਫਰੈਂਟ ਟਾਈਪਸ ਦੇ ਕੁਐਸਚਨਸ ਹੁੰਦੇ ਆ। ਦੈਨ ਪਰਸੈਂਟੇਜ। ਓਕੇ, ਪਰਸੈਂਟੇਜ ਦੇ ਵਿੱਚ ਕਈ ਵਾਰ ਕੀ ਕਰਦੇ ਆ, ਪਰਸੈਂਟੇਜ, ਰੇਸ਼ੋ, ਐਵਰੇਜ, 3 ਟੌਪਿਕਸ ਨੂੰ ਮਿਲਾ ਕੇ ਕੁਐਸਚਨ ਬਣਾ ਦਿੰਦੇ ਨੇ। ਸੋ ਡਿਫਰੈਂਟ ਟਾਈਪਸ ਦੇ ਕੁਐਸਚਨ ਜ਼ਰੂਰ ਕਵਰ ਕਰ ਲਿਓ। ਦੈਨ ਟਾਈਮ ਐਂਡ ਵਰਕ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਤੁਹਾਨੂੰ ਦਿੱਤਾ ਹੁੰਦਾ ਹੈ ਕਿ ਸਪੋਜ਼ ABC ਕਿਸੇ ਕੰਮ ਨੂੰ ਇੰਨੇ ਦਿਨ 'ਚ ਕਰਦੇ ਆ ਤਾਂ ਇਹ ਇਕੱਲਾ ਕਿੰਨੇ ਦਿਨ 'ਚ ਕਰੂਗਾ। ਓਕੇ, ਨੈਕਸਟ 2 ਟੌਪਿਕਸ ਹੈ ਚੇਨ ਰੂਲ ਐਂਡ ਵੇਜਿਸ। ਇਹ ਵੀ ਟਾਈਮ ਐਂਡ ਵਰਕ ਦਾ ਹੀ ਪਾਰਟ ਨੇ। ਓਕੇ, ਚੇਨ ਰੂਲ ਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਆਪਣੇ ਕੋਲ ਦਿੱਤਾ ਹੁੰਦਾ ਕਿ ਕੋਈ ਸਪੋਜ਼ ਪਰਸਨ ਹੈ, ਉਹ ਕੁਝ ਪਰਟੀਕੂਲਰ ਆਵਰਸ ਕੰਮ ਕਰਕੇ ਅਤੇ ਕੁਝ ਨੰਬਰ ਆਫ ਡੇਜ਼ ਕੰਮ ਕਰਕੇ ਕੋਈ ਕੰਮ ਨੂੰ ਕੰਪਲੀਟ ਕਰਦਾ ਹੈ, ਅਤੇ ਆਪਣੇ ਤੋਂ ਪੁੱਛਿਆ ਗਿਆ ਹੁੰਦਾ ਕਿ ਜਿਹੜਾ B ਪਰਸਨ ਹੈ ਉਹ ਸੇਮ ਕੰਮ ਨੂੰ ਉਹ ਕਿੰਨੇ ਆਵਰਸ ਦੇ ਵਿੱਚ ਕੰਪਲੀਟ ਕਰੂਗਾ, ਅਤੇ ਆਪਣੇ ਕੋਲ ਕੁਝ ਹੋਰ ਬੇਸਿਕ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ। ਉਹ ਤੋਂ ਬਾਅਦ ਵੇਜਿਸ, ਇਹਦੇ ਵਿੱਚ ਆਪਾਂ ਨੇ ਵੇਜਿਸ ਕੱਢਣੀਆਂ ਹੁੰਦੀਆਂ ਨੇ। ਓਕੇ, ਦੈਨ ਟਾਈਮ ਐਂਡ ਡਿਸਟੈਂਸ ਦੇ ਵਿੱਚ ਡਿਫਰੈਂਟ ਟਾਈਪ ਦੇ ਕੁਐਸਚਨਸ ਆਉਂਦੇ ਆ। ਜਿਵੇਂ ਸਪੋਜ਼ ਤੁਹਾਡੇ ਕੋਲ ਟਾਈਮ ਦਿੱਤਾ ਹੋਇਆ, ਡਿਸਟੈਂਸ ਦਿੱਤਾ ਹੋਇਆ, ਤੁਹਾਨੂੰ ਸਪੀਡ ਕੱਢਣੀ ਹੈ। ਓਕੇ, ਇਹਦੇ ਉੱਪਰ ਟ੍ਰੇਨ ਬੇਸਡ ਕੁਐਸਚਨਸ ਵੀ ਆਉਂਦੇ ਆ। ਦੈਨ ਬੋਟ ਐਂਡ ਸਟਰੀਮ ਬੇਸਡ ਕੁਐਸਚਨਸ ਵੀ ਆਉਂਦੇ ਆ। ਓਕੇ, ਡਿਫਰੈਂਟ ਟਾਈਪਸ ਹੁੰਦੀਆਂ ਨੇ। ਉਸ ਤੋਂ ਇਲਾਵਾ ਨੈਕਸਟ ਹੈ ਡਾਟਾ ਇੰਟਰਪ੍ਰੀਟੇਸ਼ਨ। ਇਹ ਤੁਸੀਂ ਰੀਜ਼ਨਿੰਗ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹਦੇ ਬਾਰੇ। ਦੈਨ ਨੰਬਰ ਸਿਸਟਮ। ਓਕੇ, ਸਟੇਟਮੈਂਟ ਬੇਸਡ ਕੁਐਸਚਨਸ ਵੀ ਆ ਸਕਦੇ ਆ ਨੰਬਰ ਸਿਸਟਮ ਦੇ ਵਿੱਚ। ਦੈਨ HCF LCM ਦੇ ਵਿੱਚ ਤੁਹਾਨੂੰ ਦਿੱਤਾ ਹੁੰਦਾ ਸਪੋਜ਼ ਕਿ ਆਪਣੇ ਕੋਲ 5 ਬੈਲਸ ਹੈ, ਉਹ ਕੁਛ ਪਰਟੀਕੂਲਰ ਸੈਕਿੰਡਸ ਦੇ ਬਾਅਦ ਵੱਜਦੀ ਹੈ, ਤਾਂ ਆਪਾਂ ਨੇ ਦੱਸਣਾ ਹੁੰਦਾ ਕਿ ਦੁਬਾਰਾ ਤੋਂ ਜਿਹੜੀ ਉਹ ਬੈਲਸ ਹੈ ਉਹ ਕਦੋਂ ਵੱਜਣਗੀਆਂ। ਓਕੇ, ਦੈਨ ਪ੍ਰੋਫਿਟ ਐਂਡ ਲਾਸ। ਇਹਦੇ ਵਿੱਚ ਤੁਹਾਨੂੰ ਕਾਸਟ ਪ੍ਰਾਈਸ, ਸੈਲਿੰਗ ਪ੍ਰਾਈਸ ਵਗੈਰਾ ਫਾਈਂਡ ਕਰਨਾ ਹੁੰਦਾ ਹੈ। ਦੈਨ ਰੇਸ਼ੋ ਐਂਡ ਪ੍ਰਪੋਰਸ਼ਨ। ਉਸ ਤੋਂ ਬਾਅਦ ਅਰਥਮੈਟਿਕ ਰੀਜ਼ਨਿੰਗ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਦੈਨ ਮਿਕਸਚਰ ਐਂਡ ਐਲੀਗੇਸ਼ਨ। ਓਕੇ, ਇਹ ਹੈਗੇ ਨੇ ਜਿਹੜੇ ਇੰਪੋਰਟੈਂਟ ਟੌਪਿਕਸ ਨੇ। ਉਸ ਤੋਂ ਇਲਾਵਾ ਕੁਝ ਹੋਰ ਟੌਪਿਕਸ ਹੈ ਜਿਨ੍ਹਾਂ ਉੱਪਰ ਕਈ ਵਾਰ ਕੁਐਸਚਨਸ ਦੇਖਣ ਨੂੰ ਮਿਲਦੇ ਆ। ਉਹ ਹੈਗਾ ਅਰਥਮੈਟਿਕ ਪ੍ਰੋਗਰੈਸ਼ਨ ਅਤੇ ਜਿਓਮੈਟ੍ਰਿਕ ਪ੍ਰੋਗਰੈਸ਼ਨ। ਦੈਨ ਪ੍ਰੋਬੇਬਿਲਿਟੀ, ਦੈਨ ਪਰਮੂਟੇਸ਼ਨ ਕੰਬੀਨੇਸ਼ਨ, ਦੈਨ ਏਰੀਆ। ਜਿਹੜਾ ਇਹ ਵਾਲਾ ਟੌਪਿਕ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਰੇਅਰ ਆਉਂਦਾ, ਸੋ ਤੁਸੀਂ ਇਹਨੂੰ ਛੱਡ ਸਕਦੇ ਹੋ। ਉਸ ਤੋਂ ਇਲਾਵਾ ਅਲਜੈਬਰਾ ਵੀ ਬਹੁਤ ਰੇਅਰ ਆਉਂਦਾ ਹੈ। ਉਸ ਤੋਂ ਇਲਾਵਾ ਕਲੌਕਸ ਐਂਡ ਕੈਲੰਡਰਸ ਆਪਾਂ ਰੀਜ਼ਨਿੰਗ ਦੇ ਵਿੱਚ ਹੀ ਡਿਸਕਸ ਕਰ ਚੁੱਕੇ ਹਾਂ ਇਹਦੇ ਬਾਰੇ। ਓਕੇ, ਸੋ ਜਿਹੜੇ ਮੇਨ ਟੌਪਿਕਸ ਨੇ ਇਹਦੇ ਵਿੱਚ ਉਹ ਨੇ ਜਿਹੜੇ ਰੈੱਡ ਨਾਲ ਮਾਰਕ ਕੀਤੇ ਹੋਏ ਆ। ਬਾਕੀ ਜਿਹੜੇ ਬਲੈਕ ਨਾਲ ਮਾਰਕ ਕੀਤੇ ਹੋਏ ਨੇ ਇਹ ਵੀ, ਇਹਦੇ ਵਿੱਚੋਂ ਵੀ ਅਗਰ ਤੁਸੀਂ ਪੁੱਛੋ ਤਾਂ ਮੇਨ ਟੌਪਿਕ ਜਿਹੜਾ ਹੈਗਾ ਪਰਮੂਟੇਸ਼ਨ ਕੰਬੀਨੇਸ਼ਨ, ਕਲੌਕਸ, ਕੈਲੰਡਰ ਅਤੇ ਪ੍ਰੋਬੇਬਿਲਿਟੀ। ਓਕੇ, ਦੈਨ ਸੋ ਨੈਕਸਟ ਅਗਰ ਆਪਾਂ ਬੁੱਕ ਦੀ ਗੱਲ ਕਰੀਏ ਕਿ ਸਾਰੇ ਟੌਪਿਕਸ ਤੁਸੀਂ ਕਿੱਥੋਂ ਕਵਰ ਕਰ ਸਕਦੇ ਹੋ, ਤਾਂ ਉਹਦੇ ਲਈ RS ਅਗਰਵਾਲ ਕੁਆਂਟੀਟੇਟਿਵ ਐਪਟੀਟਿਊਡ ਕਰਕੇ ਜਿਹੜੀ ਬੁੱਕ ਆਉਂਦੀ ਉਹ ਸਭ ਤੋਂ ਬੈਸਟ ਬੁੱਕ ਹੈ। ਓਕੇ, ਸੋ ਤੁਸੀਂ ਇਹ ਸਾਰੇ ਟੌਪਿਕਸ ਉੱਥੋਂ ਕਵਰ ਕਰ ਸਕਦੇ ਹੋ। ਸੋ ਨੈਕਸਟ ਹੁਣ ਆਪਾਂ ਜਿਹੜਾ ਸੈਕਿੰਡ ਸੈਕਸ਼ਨ ਹੈ ਜਨਰਲ ਨੌਲੇਜ, ਨੈਸ਼ਨਲ ਇੰਟਰਨੈਸ਼ਨਲ ਕਰੰਟ ਅਫੇਅਰਸ, ਉਹਦੇ ਬਾਰੇ ਡਿਸਕਸ ਕਰਦੇ ਹਾਂ। ਇਹਦੇ ਵਿੱਚੋਂ ਟੋਟਲ ਤੁਹਾਨੂੰ 80 ਕੁਐਸਚਨਸ ਆਉਣੇ ਆ। ਓਕੇ, ਸੋ ਜਿਹੜਾ ਇਹ ਵਾਲਾ ਸੈਕਸ਼ਨ ਹੈ ਇਹਨੂੰ ਤੁਸੀਂ 2 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹੋ। ਸਭ ਤੋਂ ਪਹਿਲਾ ਜਿਹੜਾ ਪਾਰਟ ਹੈਗਾ ਉਹ ਹੈਗਾ ਕਰੰਟ ਅਫੇਅਰਸ ਦਾ, ਅਤੇ ਸੈਕਿੰਡ ਜਿਹੜਾ ਪਾਰਟ ਹੈ ਉਹ ਹੈਗਾ ਸਟੈਟਿਕ GK। ਹੁਣ ਇਹਦੇ ਵਿੱਚ ਅਗਰ ਆਪਾਂ ਸਟੈਟਿਕ GK ਦੀ ਫਰਦਰ ਡਿਵੀਜ਼ਨ ਕਰੀਏ ਤਾਂ ਇਹਦੇ ਵਿੱਚ ਕਾਫੀ ਕੁਛ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪੰਜਾਬ GK ਨੂੰ ਸੈਪਰੇਟ ਕਰ ਦਿੰਦੇ ਹਾਂ। ਓਕੇ, ਦੈਨ ਨੈਕਸਟ ਪੋਲਿਟੀ, ਹਿਸਟਰੀ, geography, economics, environment, last but not least science। ਓਕੇ, ਸੋ ਇਹ ਮੇਨ ਇਹਦੇ ਵਿੱਚ ਸੈਕਸ਼ਨਸ ਨੇ। ਸੋ ਸਭ ਤੋਂ ਪਹਿਲਾਂ ਅਗਰ ਆਪਾਂ ਕਰੰਟ ਅਫੇਅਰਸ ਦੀ ਗੱਲ ਕਰੀਏ ਤਾਂ ਜਿਹੜੇ ਕਰੰਟ ਅਫੇਅਰਸ ਨੇ ਉਹ ਮੇਨਲੀ ਐਗਜ਼ਾਮ ਤੋਂ 3 ਮੰਥਸ ਦੇ ਪਹਿਲਾਂ ਤੁਸੀਂ ਕਰਨੇ ਹੀ ਕਰਨੇ ਆ, ਜਿਹੜੇ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਹੁੰਦੇ ਆ। ਸੋ ਅਗਰ ਐਗਜ਼ਾਮ ਫੈਬ 'ਚ ਹੈ ਤਾਂ ਤੁਸੀਂ ਨਵੰਬਰ, ਦਸੰਬਰ ਅਤੇ ਜਨਵਰੀ
ਤੇ ਕਰੰਟ ਅਫੇਅਰਸ ਕਰਨੇ ਹੀ ਕਰਨੇ ਆ। ਉਸ ਤੋਂ ਪਹਿਲਾਂ ਦੇ ਵੀ ਅਗਰ ਤੁਸੀਂ ਕਰ ਲਓ, ਮੀਨਸ ਪਹਿਲੇ 3 ਮੰਥਸ ਦੇ ਤਾਂ ਕਰਨੇ ਹੀ ਹੈ, ਅਗਰ ਤੁਸੀਂ ਇਸ ਤੋਂ ਪਹਿਲਾਂ 6 ਮੰਥ ਦੇ ਵੀ ਕਰ ਲਓ ਤਾਂ ਹੋਰ ਬੈਟਰ ਹੈ। ਓਕੇ, ਹੁਣ ਅਗਰ ਆਪਾਂ ਕੁਛ ਟਾਈਪਸ ਦੀ ਗੱਲ ਕਰੀਏ ਕਿ ਕਿਸ ਤਰੀਕੇ ਦੇ ਕੁਐਸਚਨਸ ਪੁੱਛੇ ਜਾਂਦੇ ਆ, ਤਾਂ ਮੇਨਲੀ ਐਗਜ਼ਾਮ ਦੇ ਵਿੱਚ ਤੁਹਾਨੂੰ ਇੰਡੈਕਸ ਕੋਈ ਨਿਊਜ਼ 'ਚ ਹੋਵੇ ਉਹਦੇ ਉੱਪਰ ਕੁਐਸਚਨਸ ਆ ਜਾਂਦੇ ਆ। ਦੈਨ ਸੈਕਿੰਡ ਹੈ ਐਕਸਰਸਾਈਜ਼। ਓਕੇ, ਨੇਵਲ ਐਕਸਰਸਾਈਜ਼ ਹੈ, ਏਰੀਅਲ ਐਕਸਰਸਾਈਜ਼ ਹੈ, ਜਾਂ ਫਿਰ ਮਿਲਟਰੀ ਐਕਸਰਸਾਈਜ਼ ਕੋਈ ਨਿਊਜ਼ 'ਚ ਹੋਵੇ ਉਹਦੇ ਉੱਪਰ ਕੁਐਸਚਨ ਆ ਜਾਂਦੇ। ਐਕਸਰਸਾਈਜ਼ ਦੇ ਉੱਪਰ ਬੇਸਿਕਲੀ ਇਹ ਪੁੱਛਿਆ ਜਾਂਦਾ ਕਿ ਕਿਹੜੀ ਕੰਟਰੀਜ਼ ਦੇ ਵਿੱਚ ਐਕਸਰਸਾਈਜ਼ ਕੰਡਕਟ ਕੀਤੀ ਗਈ ਅਤੇ ਕਿੱਥੇ ਕੀਤੀ ਗਈ। ਓਕੇ, ਪਲੇਸ ਪੁੱਛਦੇ ਆ ਅਤੇ ਕੰਟਰੀਜ਼ ਪੁੱਛਦੇ ਆ। ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਗੱਲ ਕਰੀਏ ਕੋਈ ਵੀ ਇੰਪੋਰਟੈਂਟ ਅਵਾਰਡ ਜਿਹੜਾ ਨਿਊਜ਼ 'ਚ ਹੁੰਦਾ ਉਹਦੇ ਉੱਪਰ ਵੀ ਕੁਐਸਚਨ ਆ ਜਾਂਦਾ। ਓਕੇ, ਦੈਨ ਕੋਈ ਇੰਪੋਰਟੈਂਟ ਪਰਸਨੈਲਿਟੀ ਨਿਊਜ਼ 'ਚ ਹੋਵੇ ਉਹਦੇ ਉੱਪਰ ਕੁਐਸਚਨ ਆ ਜਾਂਦਾ। ਓਕੇ, ਜਾਂ ਫਿਰ ਕੋਈ ਵੀ ਗਵਰਨਮੈਂਟ ਦੀ ਸਕੀਮ ਜਿਹੜੀ ਨਿਊਜ਼ 'ਚ ਹੋਵੇ, ਦੈਨ ਕੋਈ ਗਵਰਨਮੈਂਟ ਦਾ ਪਲੈਟਫਾਰਮ ਨਿਊਜ਼ 'ਚ ਹੈ। ਠੀਕ ਹੈ, ਸੋ ਇਸ ਤਰੀਕੇ ਦੇ ਕੁਐਸਚਨਸ ਦੇਖਣ ਨੂੰ ਮਿਲਦੇ ਆ। ਦੇਖੋ ਇੱਕ ਗੱਲ ਯਾਦ ਰੱਖਿਓ, ਕਰੰਟ ਅਫੇਅਰਸ ਦੇ ਵਿੱਚ ਪੁੱਛ ਤਾਂ ਕੁਛ ਵੀ ਸਕਦੇ ਨੇ, ਮੇਨ ਜਿਹੜੇ ਚੀਜ਼ਾਂ ਨੇ ਐਸੇ ਨੇ। ਜਾਂ ਫਿਰ ਅਗਰ ਆਪਾਂ ਜੋਗਰਾਫੀ ਬੇਸ 'ਤੇ ਦੇਖੀਏ, ਕੋਈ ਵੀ ਹਾਈਡਰੋ ਇਲੈਕਟ੍ਰਿਕ ਪਲਾਂਟ ਹੈ ਜਿਹੜਾ ਨਿਊਜ਼ 'ਚ ਹੋਵੇ, ਕੋਈ ਬ੍ਰਿਜ ਹੈ ਜਿਹੜਾ ਨਿਊਜ਼ 'ਚ ਹੋਵੇ। ਓਕੇ, ਸੋ ਐਸੇ ਕੁਐਸਚਨਸ ਪੁੱਛਦੇ ਆ। ਮੇਨਲੀ ਕਰੰਟ ਅਫੇਅਰਸ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਜੋ ਬਹੁਤ ਜ਼ਿਆਦਾ ਨਿਊਜ਼ 'ਚ ਰਹਿੰਦੀਆਂ ਨੇ। ਓਕੇ, ਸੋ ਇਹ ਹੋ ਗਏ ਕਰੰਟ ਅਫੇਅਰਸ। ਸੈਕਿੰਡ ਹੁਣ ਆਪਾਂ ਗੱਲ ਕਰਦੇ ਹਾਂ ਸਟੈਟਿਕ ਪਾਰਟ ਦੀ। ਸਟੈਟਿਕ ਪਾਰਟ ਦੇ ਵਿੱਚ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਹਾਂ ਹਿਸਟਰੀ ਦੀ। ਜਿਹੜੀ ਹਿਸਟਰੀ ਹੈ ਇਹਨੂੰ ਆਪਾਂ ਮੇਨਲੀ 4 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਓਕੇ, ਏਂਸ਼ੀਐਂਟ ਹਿਸਟਰੀ, then medieval history, then modern history, then art and culture। ਉਸ ਤੋਂ ਇਲਾਵਾ ਇੱਕ ਹੋਰ ਪਾਰਟ ਹੁੰਦਾ ਹੈ ਵਰਡ ਹਿਸਟਰੀ, ਬਟ ਜਿਹੜਾ ਵਰਡ ਹਿਸਟਰੀ ਉਹ ਜਨਰਲੀ PCS ਦੇ ਐਗਜ਼ਾਮ ਦੇ ਵਿੱਚ ਉਸ ਕੁਐਸਚਨਸ ਆਉਂਦੇ ਆ, ਹੋਰ ਐਗਜ਼ਾਮ ਦੇ ਵਿੱਚ ਘੱਟ ਦੇਖਣ ਨੂੰ ਮਿਲਦੇ ਆ। ਓਕੇ, ਸੋ ਉਹਨੂੰ ਆਪਾਂ ਛੱਡ ਸਕਦੇ ਹਾਂ। ਹੁਣ ਇਹਦੇ ਵਿੱਚੋਂ ਵੀ ਅਗਰ ਜਿਹੜਾ ਤੁਸੀਂ ਸਭ ਤੋਂ ਇੰਪੋਰਟੈਂਟ ਸੈਕਸ਼ਨ ਪੁੱਛੋ ਕਿਹੜਾ ਹੈ, ਤਾਂ ਉਹ ਮਾਡਰਨ ਹਿਸਟਰੀ ਦਾ ਹੈ। ਮਾਡਰਨ ਹਿਸਟਰੀ ਬੇਸਿਕਲੀ ਜਦੋਂ ਐਂਟਰੀ ਹੋਈ ਸੀ ਯੂਰਪੀਅਨਸ ਦੀ ਇੰਡੀਆ ਦੇ ਵਿੱਚ, ਉੱਥੋਂ ਤੋਂ ਲੈ ਕੇ ਇੰਡੀਆ ਦੀ ਇੰਡੀਪੈਂਡੈਂਸ ਤੱਕ ਦੀ ਜਿਹੜੀ ਪੂਰੀ ਸਟੋਰੀ ਹੈ ਉਹ ਸਾਰੀ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਕਵਰ ਕਰਦੇ ਹਾਂ। ਓਕੇ, ਮਾਡਰਨ ਹਿਸਟਰੀ ਦੇ ਉੱਪਰ ਤੁਹਾਨੂੰ ਚੈਨਲ ਉੱਪਰ ਲੈਕਚਰਸ ਮਿਲ ਜਾਣਗੇ, ਉਹਦੇ ਵਿੱਚ ਜਿਹੜੇ ਵੀ PPSC ਦੇ ਪ੍ਰੀਵੀਅਸ ਈਅਰ ਕੁਐਸਚਨਸ ਆ ਉਹ ਵੀ ਕਵਰ ਕੀਤੇ ਹੋਏ ਆ, ਅਤੇ ਨਾਲ ਸਟੈਟਿਕ ਪਾਰਟ ਵੀ ਕਵਰ ਕੀਤਾ ਹੋਇਆ। ਓਕੇ, ਸੋ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਅਤੇ ਉਹਦੇ ਨਾਲ ਤੁਹਾਡਾ ਮਾਡਰਨ ਹਿਸਟਰੀ ਦਾ ਇੱਕ ਮੇਜਰ ਪਾਰਟ ਕਵਰ ਹੋ ਜਾਊਗਾ। ਓਕੇ, ਉਸ ਤੋਂ ਇਲਾਵਾ ਜਿਹੜੀ ਏਂਸ਼ੀਐਂਟ ਅਤੇ ਮੈਡੀਵਲ ਹਿਸਟਰੀ ਹੈ ਉਹ ਘੱਟ ਇੰਪੋਰਟੈਂਟ ਹੈ, ਮਾਡਰਨ ਹਿਸਟਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਹ ਪੂਰੇ ਸੈਕਸ਼ਨ ਦੇ ਵਿੱਚ। ਆਰਟ ਐਂਡ ਕਲਚਰ 'ਚੋਂ ਵੀ ਕਈ ਵਾਰ ਕੁਐਸਚਨਸ ਆ ਜਾਂਦੇ ਨੇ। ਓਕੇ, ਅਤੇ ਅਗਰ ਤੁਸੀਂ ਏਂਸ਼ੀਐਂਟ, ਮੈਡੀਵਲ ਅਤੇ ਮਾਡਰਨ ਅੱਛੇ ਤਰੀਕੇ ਨਾਲ ਕਰ ਲੈਂਦੇ ਹੋ ਤਾਂ ਕੁਛ ਹੱਦ ਤੱਕ ਤੁਹਾਡਾ ਆਰਟ ਐਂਡ ਕਲਚਰ ਦਾ ਪਾਰਟ ਵੀ ਕਵਰ ਹੋ ਜਾਂਦਾ। ਓਕੇ, ਇਹਦੇ ਵਿੱਚ ਬਸ ਡਾਂਸ ਫਾਰਮਸ ਵਗੈਰਾ ਰਹਿ ਜਾਂਦੀਆਂ ਨੇ, ਬਟ ਉਹ ਘੱਟ ਹੀ ਕੁਐਸਚਨਸ ਦੇਖਣ ਨੂੰ ਮਿਲਦੇ ਆ। ਮੇਨ ਜਿਹੜਾ ਫੋਕਸ ਰੱਖਣਾ ਤੁਸੀਂ ਇਸ ਸੈਕਸ਼ਨ ਦੇ ਉੱਪਰ ਮਾਡਰਨ ਹਿਸਟਰੀ 'ਤੇ ਰੱਖਣਾ। ਸੋ ਮਾਡਰਨ ਹਿਸਟਰੀ ਦੇ ਅਗਰ ਆਪਾਂ ਸੋਰਸਿਸ ਦੀ ਗੱਲ ਕਰੀਏ ਤਾਂ ਤੁਸੀਂ ਇਸ ਟੌਪਿਕ ਨੂੰ ਇੱਕ ਤਾਂ ਚੈਨਲ 'ਤੇ ਜੋ ਵੀਡੀਓਜ਼ ਹੈ ਉੱਥੋਂ ਕਵਰ ਕਰ ਸਕਦੇ ਹੋ, ਅਤੇ ਨਾਲ ਹੀ ਤੁਸੀਂ ਲਿਊਸੈਂਟ GK ਜਾਂ ਅਰੀਹੰਤ GK ਨੂੰ ਰੀਡ ਕਰ ਸਕਦੇ ਹੋ। ਓਕੇ, ਬਿਕੋਜ਼ ਵੀਡੀਓਜ਼ 'ਚ ਕਾਫੀ ਸਾਰਾ ਪਾਰਟ ਕਵਰ ਕੀਤਾ ਹੋਇਆ। ਇਸ ਤੋਂ ਇਲਾਵਾ ਤੁਸੀਂ ਆਹ ਬੁੱਕ ਪੜ੍ਹ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਮਾਡਰਨ ਹਿਸਟਰੀ ਵੀ ਮਿਲ ਜੂ, ਏਂਸ਼ੀਐਂਟ ਅਤੇ ਮੈਡੀਵਲ ਹਿਸਟਰੀ ਵੀ ਮਿਲ ਜੂ। ਵੈਸੇ ਤਾਂ ਦੇਖੋ ਸਾਰੇ ਟੌਪਿਕਸ ਲਈ ਤੁਹਾਨੂੰ ਮੈਂ ਅਲੱਗ-ਅਲੱਗ ਬੁੱਕਸ ਵੀ ਦੱਸ ਸਕਦੀ ਹਾਂ, ਬਟ ਅਗਰ ਉਹਦਾ ਕੋਸਟ ਬੈਨੀਫਿਟ ਦੇਖੋਗੇ ਤਾਂ ਬਹੁਤ ਜ਼ਿਆਦਾ ਘੱਟ ਹੋਊਗਾ। ਓਕੇ, ਸੋ ਥੋੜ੍ਹੀ ਸਮਝਦਾਰੀ ਨਾਲ ਵੀ ਪੜ੍ਹਨਾ ਚਾਹੀਦਾ। ਇਸ ਲਈ ਮੈਂ ਤੁਹਾਨੂੰ ਇਹ ਕਹੂੰਗੀ ਕਿ ਲਿਊਸੈਂਟ ਜਾਂ ਅਰੀਹੰਤ GK ਬੁੱਕ ਨੂੰ ਪੜ੍ਹੋ, ਨਾਲ ਵੀਡੀਓਜ਼ ਦੇਖੋ, ਉਹਦੇ ਨਾਲ ਤੁਹਾਡਾ ਮਾਡਰਨ ਹਿਸਟਰੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਊਗਾ ਕਵਰ। ਅਗਰ ਸਟੂਡੈਂਟਸ ਨੂੰ ਲੱਗੂਗਾ ਕਿ ਅਲੱਗ-ਅਲੱਗ ਬੁੱਕ ਵੀ ਦੱਸੀ ਜਾਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ, ਉੱਥੇ ਮੈਂ ਤੁਹਾਨੂੰ ਰਿਪਲਾਈ ਕਰ ਦੂੰਗੀ। ਓਕੇ, ਸੋ ਹੁਣ ਅਗਰ ਆਪਾਂ ਨੈਕਸਟ ਸਬਜੈਕਟ ਦੀ ਗੱਲ ਕਰੀਏ ਉਹ ਹੈਗੀ ਜਰਨਲ ਸਾਇੰਸ। ਜਰਨਲ ਸਾਇੰਸ ਦੇ ਵਿੱਚ ਮੇਨਲੀ ਤੁਹਾਡੀ 3 ਚੀਜ਼ਾਂ ਕਵਰ ਹੁੰਦੀਆਂ ਨੇ, ਫਿਜ਼ਿਕਸ, ਕੈਮਿਸਟਰੀ ਐਂਡ ਬਾਇਓਲੋਜੀ। ਓਕੇ, ਹੁਣ ਜਿਹੜੀ ਜਰਨਲ ਸਾਇੰਸ ਹੈ ਇਹਦੇ ਉੱਪਰ ਵੀ ਚੈਨਲ 'ਤੇ ਤੁਹਾਨੂੰ ਲੈਕਚਰਸ ਮਿਲ ਜਾਣਗੇ। ਓਕੇ, ਅਤੇ ਨਾਲ ਤੁਸੀਂ ਇਹਨੂੰ ਜਿਹੜੀ NCERTs ਹੁੰਦੀਆਂ ਨੇ, ਓਕੇ, 9th 10th ਉੱਥੋਂ ਕਵਰ ਕਰ ਸਕਦੇ ਹੋ। ਅੱਛੇ ਤਰੀਕੇ ਨਾਲ ਤੁਹਾਡੀ ਜਰਨਲ ਸਾਇੰਸ ਕਵਰ ਹੋ ਜੂ। ਜਰਨਲ ਸਾਇੰਸ ਵੀ ਕਾਫੀ ਇੰਪੋਰਟੈਂਟ ਹੁੰਦੀ ਹੈ PPSC ਐਗਜ਼ਾਮਸ ਦੇ ਵਿੱਚ। ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਜੋਗਰਾਫੀ ਦੀ। ਹੁਣ ਦੇਖੋ, ਜਿਹੜੀ ਜੋਗਰਾਫੀ ਹੈ ਉਹਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ।
सब तो पहला इंडियन जोग्राफी, नेक्स्ट इज वर्ल्ड जोग्राफी एंड थर्ड इज फिजिकल जोग्राफी। ओके, हुण इहदे विच जिहड़े इंपॉर्टेंट पार्ट ने जोग्राफी का, है इंडियन जोग्राफी तो फिजिकल जोग्राफी। वर्ल्ड जोग्राफी दे विच घट क्वेश्चन देखने को मिलते हैं। ओके, इंडियन जोग्राफी दे विच मेनली स्टैटिक क्वेश्चन आते हैं कि कोई भी इन्फॉर्मेशन पूछी हुई है, ठीक है। इंडियन जोग्राफी दे विच मेनली स्टैटिक क्वेश्चन आते हैं। फॉर एग्जाम्पल थोनों पूछा जा सकता है कि ट्रॉपिक ऑफ कैंसर किहड़ी स्टेट्स तो पास करता है। ओके, या फिर थोनों कोई सिटी का नाम दस देंगे कि वो किहड़ी रिवर दे अक्रॉस है। सो ऐसे क्वेश्चन आते हैं। ओके, या फिर थोनों कोई डैम दसता पूछ लेंगे किहड़ी स्टेट च है, किहड़ी रिवर दे उपर है। ओके, सो ऐसे क्वेश्चंस। दैन नैक्सट अगर आप फिजिकल जोग्राफी की गल करिए, फिजिकल जोग्राफी दे विच थोड़ा सोलर सिस्टम आ जाता है, दैन क्लाइमेट। ओके, सो ये सारे टॉपिक्स आते हैं तो ये भी काफ़ी इंपॉर्टेंट पार्ट प्ले करते हैं एग्जाम दे विच। सो तुसीं ये कर सकते हो। वर्ल्ड जोग्राफी दे विच बहुत ज़्यादा घट क्वेश्चन देखने को मिलते हैं। अगर तुहाडे कोल टाइम होगा तो तुसीं इहनूं भी कवर कर सकते हो। तो अगर तुसीं इहदे सोर्सिस की गल करो तो बेस्ट सोर्स ने +1 +2 की जिहड़ी NCERTs ने। ओके, उन्होंने अच्छे तरीके नाल कर लो, जोग्राफी थोड़ी अच्छे तरीके नाल कवर हो जाएगी। उस तो बाद नैक्सट सबजैक्ट है पॉलिटी। बहुत ही इंपॉर्टेंट सबजैक्ट है तो ये PPSC दे अगर तुसी स्टैटिक पार्ट की गल करो वो सब तो इंपॉर्टेंट पार्ट पॉलिटी का ही है, ठीक है। बहुत क्वेश्चन आते हैं पार्ट चों। अगर आप कुछ इंपॉर्टेंट टॉपिक्स की गल करिए तो जिमें फंडामेंटल राइट्स हो गया, फंडामेंटल ड्यूटीज़ हो गया, दैन प्रीएम्बल, शेड्यूल्स। ओके, उस तो इलावा प्रेजिडेंट, वाइस प्रेजिडेंट, प्राइम मिनिस्टर, काउंसिल ऑफ मिनिस्टर्स। ओके, दैन कुछ इंपॉर्टेंट अपने को ऑर्गेनाइजेशंस है जिमें इलैक्शन कमीशन हो गया, फाइनांस कमीशन हो गया। ओके, दैन नैक्सट पंचायती राज। सो ये सारे इंपॉर्टेंट टॉपिक्स हैं पॉलिटी के। ओके, होर भी काफ़ी इंपॉर्टेंट टॉपिक्स हैगे ने, ये थोनों मैं जस्ट एक थोड़ा जिहा ओवरव्यू दिता है टॉपिक्स। हुण आपां पॉलिटी के सोर्सिस की गल करिए तो एक तो थोनों चैनल उपर वीडियोज़ मिल जाएगियाँ, उहदे विच थोड़ा मेजर पोर्शन कवर हो जाएगा पॉलिटी का भी, प्रीवियस ईयर क्वेश्चंस भी हो जाएंगे, नाल वीडियोज़ भी हो जाएगियाँ। पूरी प्लेलिस्ट हैगी है। ओके, 12 वीडियोज़ आउंदे विच ते नाल एक बहुत ही अच्छी बुक आती है लक्ष्मीकांत। जिहड़ा भी स्टूडेंट उन्होंने रीड कर सकता है, ठीक है, वो कर सकते हैं। बट वही चीज़ है कि थोड़े कोल टाइम घट है। सो अगर तुसी वीडियोज़ के नाल अच्छे तरीके नाल ल्यूसेंट GK अरिहंत GK की बुक पढ़ लैंदे हो तो नाल थोड़ी क्वेश्चंस की होर प्रैक्टिस कर लैंदे हो तां भी अच्छे तरीके नाल थोड़ी पॉलिटी कवर हो सकती है। ओके, अगर तुसी लक्ष्मीकांत पढ़ सकते हो तो बहुत अच्छी गल है। उस तो इलावा नैक्सट जिहड़ा टॉपिक है वो हैगा इकनॉमिक्स। इकनॉमिक्स नूं आपां 3 पार्ट्स दे विच डिवाइड कर सकते हैं, माइक्रो इकनॉमिक्स, मैक्रो इकनॉमिक्स ते इंटरनैशनल ऑर्गेनाइजेशंस। हुण देखो जिहड़ी माइक्रो इकनॉमिक्स है ये PPSC दे विच बहुत ही घट क्वेश्चंस देखने को मिलते हैं। सो तुसी एक तरीके नाल इहनूं छड्ड भी सकदे हो। ओके, मेन जिहड़ा फोकस रखना तुसी मैक्रो इकनॉमिक्स से रखना है तो इंटरनैशनल ऑर्गेनाइजेशंस से रखना है, बिकॉज ये विचों ही जनरली क्वेश्चंस आते हैं। ओके, तो इकनॉमिक्स के अगर तुसी सोर्सिस की गल करो तो थोनों चैनल उपर कुछ वीडियोज़ भी मिल जाएंगे इकनॉमिक्स हैं, कुछ ज़्यादा वीडियोज़ नहीं, थोड़ी जी वीडियोज़ हैगियां ने चैनल ते नाल ही तुसी +1 +2 दी जिहड़ी NCERTs हैं वो रीड कर सकते इकनॉमिक्स की। ओके, तुसी मैक्रो वाली करियो पहला तो इंटरनैशनल ऑर्गेनाइजेशन के बारे भी मैं तुहानूं दसना चाहनी। एक तो यूनाइटेड नेशन सब तो इंपॉर्टेंट है, ये उपर चैनल उपर तुहानूं 2 वीडियोज़ मिल जाएगियां तो उहदे विच सारा यूनाइटेड नेशन का टॉपिक कवर किया होया है। ओके, या फिर इस तो इलावा सार्क होगी, दैन ब्रिक्स होगी, ओके, क्वाड होगी। सो कुछ ऐसी ऑर्गेनाइजेशंस ने। वो तो इलावा सो नैक्सट आप गल करते हैं इन्वायरमेंट सबजैक्ट की। ओके, इन्वायरमेंट नूं तुसी जोग्राफी का पार्ट भी बोल सकते हो, बट मैं एज ए डिफरेंट सबजैक्ट लैके ही चलती हैं।
ਇਨਵਾਇਰਮੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਐਸਚਨਸ ਦੇਖਣ ਨੂੰ ਮਿਲਦੇ ਆ। ਓਕੇ, ਇਹਦੇ ਵਿੱਚ ਕੁਝ ਇੰਪੋਰਟੈਂਟ ਟੌਪਿਕਸ ਜਿਵੇਂ ਸਾਈਟਸ ਹੋ ਗਏ, IUCN ਹੋ ਗਿਆ। ਓਕੇ, ਉਸ ਤੋਂ ਇਲਾਵਾ ਪੋਲਿਊਸ਼ਨ ਨਾਲ ਰਿਲੇਟਿਡ ਕੁਐਸਚਨਸ ਆ ਜਾਂਦੇ ਆ। ਇਹ ਸਭ ਚੀਜ਼ਾਂ ਇਹਦੇ ਵਿੱਚ ਰਹਿੰਦੀਆਂ। ਅਗਰ ਸੋਰਸਿਸ ਦੀ ਗੱਲ ਕਰੋ ਇਨਵਾਇਰਮੈਂਟ ਦੇ, ਤਾਂ ਵੀਡੀਓਜ਼ ਨੇ ਚੈਨਲ ਉੱਪਰ, ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਦੇਖਣ ਨੂੰ ਮਿਲ ਜੂਗਾ। ਓਕੇ, ਇੱਥੇ ਮੈਂ ਇੱਕ ਚੀਜ਼ ਦੱਸਣਾ ਭੁੱਲ ਗਈ, ਰਾਮਸਰ ਸਾਈਟਸ, ਉਹ ਵੀ ਬਹੁਤ ਇੰਪੋਰਟੈਂਟ ਹੈ। ਓਕੇ, ਸੋ ਹੁਣ ਆਪਾਂ ਸੋਰਸਿਸ ਦੀ ਗੱਲ ਕਰ ਰਹੇ ਸੀ। ਇੱਕ ਤਾਂ ਵੀਡੀਓਜ਼ ਤੁਹਾਨੂੰ ਚੈਨਲ 'ਤੇ ਮਿਲ ਜਾਣਗੀਆਂ ਇਨਵਾਇਰਮੈਂਟ ਨਾਲ ਰਿਲੇਟਿਡ, ਉਹ ਤੁਸੀਂ ਦੇਖ ਸਕਦੇ ਹੋ। ਜਾਂ ਫਿਰ ਇਨਵਾਇਰਮੈਂਟ ਦੀ ਇੱਕ ਬੁੱਕ ਵੀ ਆਉਂਦੀ ਹੈ ਸ਼ੰਕਰ IAS, ਉਹ ਜਨਰਲੀ ਤੁਸੀਂ UPSC ਦੇ ਕੈਂਡੀਡੇਟਸ ਨੂੰ ਦੇਖਿਆ ਹੋਊਗਾ ਪੜ੍ਹਦੇ ਹੋਏ, ਉਹ ਵੀ ਤੁਸੀਂ ਰੀਡ ਕਰ ਸਕਦੇ ਹੋ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਪੰਜਾਬ GK। ਪੰਜਾਬ GK ਨੂੰ ਵੀ ਆਪਾਂ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਜਿਵੇਂ ਪੰਜਾਬ ਦੀ ਪੋਲਿਟੀ ਹੋ ਗਈ, ਓਕੇ, ਜੋਗ੍ਰਾਫੀ ਹੋ ਗਈ, ਉਸ ਤੋਂ ਇਲਾਵਾ ਹਿਸਟਰੀ ਹੋ ਗਈ, ਇਕਨੋਮਿਕਸ ਹੋ ਗਈ, ਠੀਕ ਹੈ, ਦੈਨ ਆਰਟ ਐਂਡ ਕਲਚਰ ਹੋ ਗਿਆ ਪੰਜਾਬ ਦਾ। ਸੋ ਹੁਣ ਇਹਦੇ ਵਿੱਚ ਦੇਖੋ, ਅਗਰ ਆਪਾਂ ਪੋਲਿਟੀ ਦੀ ਗੱਲ ਕਰੀਏ ਤਾਂ ਪੋਲਿਟੀ ਦੇ ਵਿੱਚ ਤੁਹਾਨੂੰ ਚੀਫ ਮਿਨਿਸਟਰ ਦੇ ਉੱਪਰ, ਗਵਰਨਰ ਦੇ ਉੱਪਰ, ਠੀਕ ਹੈ, ਨੰਬਰ ਆਫ ਮਿਨਿਸਟਰਸ ਕਿੰਨੇ ਆ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਕੁਝ ਐਸੇ ਕੁਐਸਚਨਸ ਆ ਸਕਦੇ ਆ। ਉਹ ਤੋਂ ਬਾਅਦ ਅਗਰ ਆਪਾਂ ਜੋਗ੍ਰਾਫੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਰਿਵਰਸ ਦੇ ਉੱਪਰ, ਓਕੇ, ਪੰਜਾਬ ਦੇ ਵਿੱਚ ਜੋ ਵੀ ਨੈਸ਼ਨਲ ਪਾਰਕਸ ਹੈ ਉਹਨਾਂ ਉੱਪਰ ਕੁਐਸਚਨਸ ਆ ਸਕਦੇ ਆ। ਦੈਨ ਅਗਰ ਆਪਾਂ ਪੰਜਾਬ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਸਿੱਖ ਗੁਰੂਜ਼, ਓਕੇ, ਉਸ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਜੀ। ਦੈਨ ਨੈਕਸਟ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੂਵਮੈਂਟਸ ਚੱਲੀਆਂ ਸੀ, ਓਕੇ, ਪੈਪਸੂ। ਸੋ ਇਹ ਸਭ ਦੇ ਉੱਪਰ ਕੁਐਸਚਨਸ ਆ ਸਕਦੇ ਆ ਹਿਸਟਰੀ ਦੇ ਅੰਡਰ। ਦੈਨ ਇਕਨੋਮਿਕਸ ਦੇ ਵਿੱਚ ਪੰਜਾਬ ਦੀ ਇਕਨੋਮਿਕਸ ਦੇ ਉੱਪਰ ਕੁਐਸਚਨਸ ਆ ਸਕਦੇ ਆ। ਇਹਦੇ ਵਿੱਚ ਜਨਰਲੀ ਕਰੰਟ ਬੇਸਡ ਕੁਐਸਚਨਸ ਹੀ ਆਉਂਦੇ ਨੇ। ਓਕੇ, ਅਗਰ ਆਪਾਂ ਆਰਟ ਐਂਡ ਕਲਚਰ ਦੀ ਗੱਲ ਕਰੀਏ ਤਾਂ ਕਿਸੇ ਟੈਂਪਲ ਬਾਰੇ ਪੁੱਛ ਲੈਣਗੇ ਕਿ ਉਹ ਕਿੱਥੇ ਹੈ, ਜਾਂ ਉਸ ਤੋਂ ਇਲਾਵਾ ਕੋਈ ਮਸਜਿਦ ਦੇ ਬਾਰੇ ਪੁੱਛ ਸਕਦੇ ਹਾਂ, ਕੋਈ ਗੁਰਦੁਆਰਾ ਦੇ ਬਾਰੇ ਪੁੱਛ ਸਕਦੇ ਹਾਂ, ਪੰਜਾਬ ਦੇ ਫੈਸਟੀਵਲਸ ਦੇ ਉੱਪਰ ਕੁਐਸਚਨ ਆ ਸਕਦੇ ਆ। ਓਕੇ, ਅਤੇ ਨਾਲ ਹੀ ਕੁਝ ਲਿਟਰੇਰੀ ਸੋਰਸਿਸ ਵੀ ਜ਼ਰੂਰ ਕਵਰ ਕਰਨੇ ਚਾਹੀਦੇ ਆ, ਜਿਵੇਂ ਸਪੋਜ਼ ਕੋਈ ਵੀ ਨਾਵਲ ਦਾ ਨਾਮ ਦੇ ਦੇਣਗੇ ਅਤੇ ਪੁੱਛ ਦੇਣਗੇ ਕਿ ਕਿਹਨੇ ਲਿਖੀ ਹੋਈ ਹੈ। ਓਕੇ, ਸੋ ਐਸੀ ਚੀਜ਼ਾਂ ਤਿਆਰ ਜ਼ਰੂਰ ਕਰੀ। ਸੋ ਨੈਕਸਟ ਅਗਰ ਆਪਾਂ ਸੋਰਸਿਸ ਦੀ ਗੱਲ ਕਰੀਏ ਤਾਂ ਇੱਕ ਤਾਂ ਚੈਨਲ ਉੱਪਰ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ। ਓਕੇ, ਪੰਜਾਬ ਦੀ ਹਿਸਟਰੀ ਦੇ ਉੱਪਰ ਅਲੱਗ ਵੀਡੀਓਜ਼ ਮਿਲ ਜਾਣਗੀਆਂ, ਅਤੇ ਬਾਕੀ ਜਿਹੜਾ ਪੰਜਾਬ ਦਾ ਸਟੈਟਿਕ ਪਾਰਟ ਹੈ ਉਹਦੇ ਉੱਪਰ ਤੁਹਾਨੂੰ ਅਲੱਗ ਤੋਂ ਇੱਕ ਪਲੇਲਿਸਟ ਮਿਲ ਜਾਊ, ਉਹਦੇ ਵਿੱਚ ਵੀ ਕਾਫੀ ਕੁਝ ਕਵਰ ਕੀਤਾ ਹੋਇਆ। ਓਕੇ, ਦੈਨ ਅਗਰ ਤੁਸੀਂ ਬੁੱਕ ਦੀ ਗੱਲ ਕਰੋ ਤਾਂ ਬੈਸਟ ਬੁੱਕ ਸਾਡਾ ਪੰਜਾਬ। ਸੋ ਇਹ ਸਾਰੀਆਂ ਪਲੇਲਿਸਟ ਹੈ ਜੋ ਕਿ ਤੁਹਾਨੂੰ ਚੈਨਲ ਉੱਪਰ ਮਿਲ ਜਾਣਗੀ ਡਿਫਰੈਂਟ ਸਬਜੈਕਟਸ ਦੀ, ਜਿਵੇਂ ਪੰਜਾਬ ਹਿਸਟਰੀ, ਇਕਨੋਮਿਕਸ ਹੋ ਗਈ, ਪੰਜਾਬ ਸਟੈਟਿਕ GK ਟੋਪਿਕ ਵਾਈਜ਼, ਦੈਨ ਸਾਇੰਸ ਐਂਡ ਟੈਕਨੋਲੋਜੀ, ਪੋਲਿਟੀ, ਓਕੇ, ਰੀਜ਼ਨਿੰਗ, ਪੰਜਾਬ ਹਿਸਟਰੀ, ਦੈਨ ਮਾਡਰਨ ਇੰਡੀਆ, ਯੂਨਾਈਟਿਡ ਨੇਸ਼ਨ, ਦੈਨ ਇਨਵਾਇਰਮੈਂਟ। ਸੋ ਤੁਸੀਂ ਇਹ ਸਾਰੀ ਵੀਡੀਓਜ਼ ਨੂੰ ਦੇਖ ਸਕਦੇ ਹੋ। ਸੋ ਥੈਂਕ ਯੂ ਸੋ ਮਚ। ਜਲਦੀ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ, ਆਈ ਹੋਪ ਸਾਰਾ ਕੁਝ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਊ।